ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ, ਜੋ ਇਹ ਸਾਨੂੰ ਘੜੀਆਂ ਬਖਸ਼ ਰਹੇ ਨੇ। ਸੰਗਤ ਜੀ, ਇਹ ਸਮਾਂ ਇਸ ਤਰ੍ਹਾਂ ਦਾ ਲੋਕਡਾਊਨ ਦਾ ਕਿ ਅਸੀਂ ਇਕੱਠੇ ਹੋ ਕੇ ਪਾਠ ਕਰ ਰਹੇ ਹਾਂ, ਵਾਹਿਗੁਰੂ ਦਾ ਨਾਮ ਲੈ ਰਹੇ ਹਾਂ ਔਰ ਅਸੀਂ ਅਰਦਾਸ ਕਰ ਰਹੇ ਹਾਂ। ਅਸੀਂ ਪਾਠ ਸੰਗਤੀ ਰੂਪ ਚ ਪਾਠ ਕਰ ਰਹੇ ਹਾਂ। ਅਸੀਂ ਸਾਰਿਆਂ ਵਾਸਤੇ ਅਰਦਾਸ ਕਰ ਰਹੇ ਹਾਂ ਕਿ हे ਸੱਚੇ ਪਾਤਸ਼ਾਹ, ਇਹ ਜਿਹੜੀ ਮਹਾਮਾਰੀ ਫੈਲੀ ਹੈ ਇਹਦੇ ਤੋਂ ਛੁਟਕਾਰਾ ਦਿਲਾਓ, ਇਹਦਾ ਖਾਤਮਾ ਕਰੋ। ਅਸੀਂ ਅਰਦਾਸ ਕਰ ਰਹੇ ਹਾਂ ਉਹਨਾਂ ਵਾਸਤੇ ਜੋ ਇਸ ਰੋਗ ਨਾਲ ਗ੍ਰਸਤ ਨੇ। ਅਸੀਂ ਉਹਨਾਂ ਵਾਸਤੇ ਅਰਦਾਸ ਕਰ ਰਹੇ ਹਾਂ ਕਿ हे ਸੱਚੇ ਪਾਤਸ਼ਾਹ, ਉਹਨਾਂ ਨੂੰ ਤੰਦਰੁਸਤੀਆਂ ਬਖਸ਼ੋ, ਉਹਨਾਂ ਨੂੰ ਠੀਕ ਕਰੋ। ਅਸੀਂ ਅਰਦਾਸ ਕਰ ਰਹੇ ਹਾਂ ਉਹਨਾਂ ਵਾਸਤੇ ਜੋ ਘਰ 'ਚ ਆਪਣੇ ਘਰ 'ਚ ਰਾਜੀ ਖੁਸ਼ੀ ਬੈਠੇ ਨੇ ਕਿ हे ਪਰਮਾਤਮਾ, ਉਹਨਾਂ ਨੂੰ ਐਸੀ ਤਰ੍ਹਾਂ ਠੀਕ ਰੱਖੋ। ਅਸੀਂ ਅਰਦਾਸ ਕਰ ਰਹੇ ਹਾਂ ਆਪਣੇ ਵਾਸਤੇ ਕਿ हे ਪਰਮਾਤਮਾ, ਸਾਨੂੰ ਨਾਮ ਬਾਣੀ ਨਾਲ ਜੋੜੋ। ਤੇ ਅਰਦਾਸ ਅੱਜ ਅਸੀਂ ਦੇਖਦੇ ਹਾਂ ਕਿ ਹਰ ਇੱਕ ਦੇ ਦਿਲ 'ਚੋਂ ਅਲੱਗ ਅਰਦਾਸ ਨਿਕਲਦੀ ਹੈ। ਅਰਦਾਸ ਕੀ ਹੈ? ਅਰਦਾਸ ਹੈ ਇੱਕ ਦਿਲ ਦੀ ਭਾਵਨਾ, ਜੋ ਹਿਰਦੇ ਵਿੱਚੋਂ ਨਿਕਲੀ ਹੋਈ ਜੋ ਕਾਮਨਾ ਹੈ, ਜੋ ਅਸੀਂ ਚਾਹੁੰਦੇ ਹਾਂ ਕਿ ਅਸੀਂ ਵਾਹਿਗੁਰੂ ਦੇ ਅੱਗੇ ਆਪਣੀ ਦਾਸਤਾਂ ਬਿਆਨ ਕਰੀਏ। ਜੋ ਅਰਦਾਸ ਹੈ, ਸ਼ਬਦ ਜੋ ਅਰਦਾਸ ਹੈ, ਅਰਦਾਸ ਕਿਸੇ ਸ਼ਬਦਾਵਲੀ ਦਾ ਮੁਹਤਾਜ ਨਹੀਂ ਹੈ। ਅਰਦਾਸ ਅਗਰ ਮੁਹਤਾਜ ਹੈ ਤੇ ਸਿਰਫ ਔਰ ਸਿਰਫ ਸ਼ੁੱਧ ਭਾਵਨਾ ਦੀ। ਕਿਸ ਤਰ੍ਹਾਂ? ਜਦੋਂ ਸਾਨੂੰ ਬਾਬਾ ਜੀ ਨੇ ਅਰਦਾਸ ਤੇ ਦਿੱਤੀ ਹੈ, ਜਦੋਂ ਅਸੀਂ ਨਿਤਨੇਮ ਤੋਂ ਬਾਅਦ ਚੋਂ ਅਸੀਂ ਅਰਦਾਸ ਕਰਦੇ ਹਾਂ, ਅਸੀਂ ਗੁਰਦੁਆਰੇ ਵਿੱਚ ਵੀ ਅਸੀਂ ਅਰਦਾਸ ਕਰਦੇ ਹਾਂ, ਉਹ ਸਾਨੂੰ ਬਾਬਾ ਜੀ ਨੇ ਅਰਦਾਸ ਦਿੱਤੀ ਹੈ। ਪਰ ਇਸ ਤੋਂ ਪਹਿਲਾਂ ਵੀ ਅਰਦਾਸ ਤੇ ਹੁੰਦੀ ਹੋਏਗੀ, ਤੇ ਇਸ ਲਈ ਅਰਦਾਸ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਵੀ ਅਰਦਾਸ ਸ਼ਬਦ ਬਹੁਤ ਵਾਰੀ ਆਇਆ। ਅਰਦਾਸ ਸ਼ਬਦ ਇੱਕ ਸੰਸਕ੍ਰਿਤ ਔਰ ਅਰਬੀ ਦਾ ਸ਼ਬਦ ਹੈ, ਜਿਹਦਾ ਅਰਥ ਹੈ, ਅਰਬੀ 'ਚ ਹੈ ਅਰਜ਼ੇ ਦਾਸ਼, ਮਤਲਬ ਕਿ ਆਪਣੇ ਦਾਸਤਾਂ ਬਿਆਨ ਕਰਨੀ। ਔਰ ਸੰਸਕ੍ਰਿਤ ਦਾ ਜੋ ਸ਼ਬਦ ਹੈ ਅਰਧ ਆਸ, ਮਤਲਬ ਹਿਰਦੇ ਦੇ ਵਿੱਚੋਂ ਜੋ ਸਾਡੀ ਕਾਮਨਾ ਨਿਕਲਦੀ ਹੈ, ਉਹ ਹੈ ਅਰਦਾਸ। ਤੇ ਜਦੋਂ ਬਾਬਾ ਜੀ ਦੇ ਟਾਈਮ ਤੇ ਵੀ ਜਦੋਂ ਕੋਈ ਯੋਧਾ ਮੈਦਾਨ 'ਚ ਜਦੋਂ ਯੁੱਧ ਕਰਨ ਜਾਂਦੇ ਸੀ, ਤੇ ਜਦੋਂ ਉਹ ਘੋੜੇ ਤੇ ਬੈਠਦੇ ਸੀ ਤੇ ਉਹਨਾਂ ਦੀ ਅਰਦਾਸ ਸਿਰਫ ਇਹੀ ਹੁੰਦੀ ਸੀ ਕਿ हे ਸੱਚੇ ਪਾਤਸ਼ਾਹ ਰੱਖਿਆ ਕਰੋ, हे ਸੱਚੇ ਪਾਤਸ਼ਾਹ ਫਤਿਹ ਬਖਸ਼ੋ। ਤੇ ਉਹਨਾਂ ਦੀ ਇਹ ਕਬੂਲ ਵੀ ਹੁੰਦੀ ਸੀ। ਤੇ ਇਸ ਲਈ ਜੋ ਅਰਦਾਸ ਹੈ, ਅਰਦਾਸ ਸਿਰਫ ਇੱਕ ਭਾਵਨਾ ਦੇਖਦੀ ਹੈ। ਹੁਣ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਉਹ ਵਿਅਕਤੀ, ਉਹ ਮਨੁੱਖ ਇੰਨੀ ਸੋਹਣੀ ਅਰਦਾਸ ਕਰਦਾ, ਉਹ ਕਿੰਨੇ ਵਿੱਚ ਸ਼ਲੋਕ ਪੜ੍ਹ ਦਿੰਦਾ ਹੈ, ਉਹ ਕਿੰਨੀ ਲੰਬੀ ਅਰਦਾਸ ਕਰਦਾ ਹੈ, ਉਹਦੇ ਵਿਚਾਰ ਕਿੰਨੇ ਅੱਛੇ ਨੇ, ਸਾਡੇ ਮਨ 'ਚ ਕਈ ਵਾਰ ਆਉਂਦਾ ਹੈ। ਪਰ ਅਰਦਾਸ ਇਹ ਵਿਚਾਰਾਂ ਦੀ, ਇਹ ਗਿਆਨ ਦੀ, ਇਹ ਵਿਆਖਿਆਵਾਂ ਦੀ, ਇਸ ਤੋਂ ਬਹੁਤ ਉੱਚੀ ਹੈ। ਉਹ ਸਿਰਫ ਭੋਲਾ ਭਾਵ ਦੇਖਦੀ ਹੈ। ਹੁਣ ਅੱਜ ਦਾ ਜਿਹੜਾ ਸ਼ਬਦ ਹੈ, ਕੱਟੇ ਪਾਪ ਅਸੰਖ ਨਾਵੇਂ ਇੱਕ ਕਣੀ, ਅਸੀਂ ਸੁਖਮਨੀ ਸਾਹਿਬ 'ਚ ਵੀ ਪੜ੍ਹਦੇ ਹਾਂ ਕਿ ਕਿਨਕਾ ਏਕ ਜਿਸ ਜੀ ਬਸਾਵੇ ਤਾਕੀ ਮਹਿਮਾ ਗਨੀ ਨਾ ਜਾਵੇ। ਬਾਬਾ ਜੀ ਨੂੰ ਕਹਿੰਦੇ ਨੇ ਕਿ ਇੱਕ ਅਗਰ ਕਿਨਕਾ ਉਹ ਨਾਮ ਦਾ, ਉਹ ਵਾਹਿਗੁਰੂ ਦੇ ਨਾਮ ਦਾ ਅਗਰ ਕਿਨਕਾ ਵੀ ਕਿਸੇ ਦੇ ਮਨ 'ਚ ਵਸ ਜਾਂਦਾ ਹੈ ਨਾ, ਤੇ ਉਹਦੀ ਮਹਿਮਾ ਤੇ ਬਿਆਨ ਹੀ ਨਹੀਂ ਕੀਤੀ ਜਾਂਦੀ। ਕੱਟੇ ਪਾਪ ਅਸੰਖ ਨਾਵੇਂ ਇੱਕ ਕਣੀ। ਅਸੀਂ ਪਿਛਲੀ ਵਾਰ ਅਜਾਮਲ ਜੀ ਦਾ, ਪਾਪੀ ਅਜਾਮਲ ਜੀ ਦੀ ਸਾਖੀ ਕੀਤੀ ਸੀ ਕਿ ਉਹਨਾਂ ਦੇ ਕਿੰਨੇ ਪਾਪ,
ਕਿੰਨੇ ਪਾਪ ਉਹਨਾਂ ਦੇ ਕੱਟੇ ਗਏ ਸੀ ਇੱਕ ਨਾਮ ਦੇ ਨਾਲ, ਨਾਰਾਇਣ ਦੇ ਨਾਲ। ਤੇ ਮਨਮੁਖ ਮੋਹੇ ਗੁਬਾਰ ਜੋ ਭੁੱਲਾਂ ਮੰਜ ਬਣੀ। ਅਸੀਂ ਹੈਗੇ ਆ ਮਨਮੁਖ, ਅਸੀਂ ਆਪਣੇ ਮਨ ਨੂੰ ਅੱਗੇ ਰੱਖ ਕੇ ਅਸੀਂ ਹਰ ਇੱਕ ਕੰਮ ਕਰਦੇ ਹਾਂ। ਤੇ ਮਨਮੁਖ ਮੋਹੇ ਗੁਬਾਰ, ਅਸੀਂ ਆਪਣੇ ਮਨ ਦੇ ਪਿੱਛੇ ਲੱਗ ਕੇ ਇਹ ਜਿਹੜਾ ਸੰਸਾਰ ਹੈਗਾ, ਇਹ ਜਿਹੜਾ ਅੰਧਕਾਰ ਹੈਗਾ, ਇਹ ਵੀ ਅਸੀਂ ਜਦੋਂ ਘਰੋਂ ਬਾਹਰ ਨਿਕਲਦੇ ਅਸੀਂ ਕਿਸੇ ਨੂੰ ਜਾਣਦੇ ਨਹੀਂ ਆ ਕਿ ਕੌਣ ਹੈ, ਅਸੀਂ ਕਿਸੇ ਨੂੰ ਨਹੀਂ ਜਾਣਦੇ, ਅਸੀਂ ਇਕੱਲੇ ਹੁੰਨੇ ਆ। ਤੇ ਅਸੀਂ ਬਾਣੀ 'ਚ ਤੇ ਹੈ ਕਿ ਅਸੀਂ ਪਰਿਵਾਰ ਵਿੱਚ ਵੀ ਰਹਿ ਕੇ ਅਸੀਂ ਇਕੱਲੇ ਆ, ਸਾਡੇ ਨਾਲ ਕੌਣ ਹੈ? ਸਿਰਫ ਸਾਡੇ ਨਾਲ ਸਿਰਫ ਨਾਮ ਹੈ। ਤੇ ਅਸੀਂ ਆਪਣੇ ਮਨ ਦੇ ਪਿੱਛੇ ਲੱਗ ਕੇ, ਆਪਣੇ ਵਿਕਾਰਾਂ ਦੇ ਪਿੱਛੇ ਲੱਗ ਕੇ, ਕਿਉਂਕਿ ਮਨ ਤੇ ਸਾਡੇ ਕੋਲ ਬੜੇ ਇਹੋ ਜਿਹੇ ਕੰਮ ਕਰਾ ਦਿੰਦਾ ਹੈ ਕਿ ਜੋ ਸਾਨੂੰ ਨਹੀਂ ਕਰਨੇ ਚਾਹੀਦੇ, ਔਰ ਫਿਰ ਅਸੀਂ ਸੰਸਾਰ ਦੇ ਵਿੱਚ, ਇਹ ਅੰਧਕਾਰ ਦੇ ਵਿੱਚ ਅਸੀਂ ਐਦਾਂ ਹੀ ਘੁੰਮਦੇ ਫਿਰਦੇ ਰਹਿੰਦੇ ਹਾਂ, ਅਸੀਂ ਰੁਲਦੇ ਰਹਿੰਦੇ ਹਾਂ। ਸੱਚਾ ਬੇਪਰਵਾਹ ਇੱਕੋ ਤੂੰ ਧਣੀ, ਕਿ ਜਿਹੜਾ ਪਰਮਾਤਮਾ ਹੈ ਉਹ ਇੰਨਾ ਧਨੀ ਹੈ। ਅਸੀਂ ਕਹਿੰਦੇ ਨਾ ਉਹ ਬੰਦਾ ਬੜਾ ਬੇਪਰਵਾਹ ਹੈ, ਉਹਨੂੰ ਕਿਸੇ ਦੀ ਲੋੜ ਨਹੀਂ ਹੈ, ਉਹ ਤੇ ਉਹਦੇ ਕੋਲ ਸਭ ਕੁਝ ਹੈ, ਉਹ ਤੇ ਉਹਨੂੰ ਕਿਸੇ ਦੀ ਪਰਵਾਹ ਨਹੀਂ। ਪਰ ਜਿਹੜਾ ਪਰਮਾਤਮਾ ਹੈ ਉਹਦੀ ਵਡਿਆਈ ਕਰ ਦੋ ਤਾਂ ਉਹ ਵੱਡਾ ਨਹੀਂ ਹੋ ਜਾਂਦਾ, ਅਗਰ ਉਹਦੀ ਅਗਰ ਨਿੰਦਾ ਕਰ ਦੋ ਤੇ ਪਰਮਾਤਮਾ ਘਟ ਨਹੀਂ ਜਾਂਦਾ। ਉਹ ਇੰਨਾ ਧਨੀ ਹੈ ਕਿ ਉਹਨੂੰ ਸਾਨੂੰ ਉਹਦੀ ਲੋੜ ਹੈ, ਉਹਨੂੰ ਕਿਸੇ ਦੀ ਲੋੜ ਨਹੀਂ ਹੈ। ਉਹ ਇੰਨਾ ਵੱਡਾ ਹੈ, ਉਹ ਮਾਲਿਕ ਹੈਗਾ ਹਰ ਇੱਕ ਚੀਜ਼ ਦਾ। ਸਭ ਕੁਛ ਤੂੰ ਸਭ ਕੁਛ ਆਪੇ ਆਪ, ਦੂਜੇ ਕਿਸ ਗਣੀ। ਉਹ ਪਰਮਾਤਮਾ ਹੈ, ਪਰਮਾਤਮਾ ਵਰਗਾ ਹੋਰ ਕੋਈ ਨਹੀਂ ਹੈ, ਤੇ ਉਹ ਹੀ ਸਭ ਕੁਝ ਕਰਨ ਵਾਲਾ ਹੈ, ਕਰਾਉਣ ਵਾਲਾ ਹੈ, ਉਹ ਹੀ ਸਭ ਕੁਝ ਹੈ। ਇੱਕ ਅਰਬੀ ਦੇ ਬਹੁਤ ਵੱਡੇ ਪੀਰ ਹੋਏ ਨੇ, ਐਨੀ ਹਜ਼ਰਤ ਮੂਸਾ ਬਹੁਤ ਬੰਦਗੀ ਕਰਦੇ ਸੀ, ਐਨੀ ਬੰਦਗੀ ਕਰਦੇ ਸੀ ਕਿ ਉਹਨਾਂ ਦੀ ਅਵਸਥਾ ਬਹੁਤ ਉੱਚੀ ਹੋ ਗਈ, ਐਨੀ ਉੱਚੀ ਹੋ ਗਈ ਕਿ ਉਹ ਪਰਮਾਤਮਾ ਦੇ ਨਾਲ ਗੱਲਾਂ ਕਰ ਸਕਦੇ ਸੀ। ਤੇ ਇੱਕ ਸੀਗਾ ਆਜੜੀ ਹੁੰਦਾ ਜਿੱਦਾਂ ਜੋ ਭੇਡ ਬੱਕਰੀਆਂ ਚਰਾਂਦਾ ਹੈ, ਇੱਕ ਸੀਗਾ ਆਜੜੀ। ਉਹ ਉੱਪਰ ਇੱਕ ਪਹਾੜੀ ਤੇ ਰਹਿੰਦਾ ਸੀ ਤੇ ਉਹਨੇ ਕੁਝ ਭੇਡਾਂ ਰੱਖੀਆਂ ਹੋਈਆਂ ਸੀ ਆਪਣੇ ਕੋਲ, ਤੇ ਉਹ ਕੱਲਾ ਸੀ, ਨਾ ਉਹਦੇ ਮਾਤਾ ਪਿਤਾ, ਨਾ ਉਹਦਾ ਕੋਈ ਸਗਾ ਸੰਬੰਧੀ, ਨਾ ਉਹਦਾ ਕੋਈ ਪਰਿਵਾਰ, ਨਾ ਕੋਈ ਉਹਦੇ ਆਸੇ ਪਾਸੇ, ਕੱਲਾ ਇੱਕ ਰਹਿੰਦਾ ਸੀ, ਇੱਕ ਝੋਪੜੀ ਪਾਈ ਹੋਈ ਸੀ, ਔਰ ਕੁਝ ਉਹਨੇ ਭੇਡਾਂ ਰੱਖੀਆਂ ਹੋਈਆਂ ਸੀ। ਉਹੀ ਭੇਡਾਂ ਦਾ ਦੁੱਧ ਚੋ ਕੇ ਉਹ ਵੇਚ ਲੈਂਦਾ ਸੀ, ਤੇ ਜੋ ਉਹਦੇ ਤੋਂ ਕਮਾਈ ਹੋਣੀ ਉਹ ਆਪਣਾ ਗੁਜ਼ਰ ਬਸਰ ਕਰਨਾ, ਤੇ ਬਾਕੀ ਉਹ ਦੁੱਧ ਪੀ ਕੇ ਬਸ ਉਹ ਇਤਮੀਨਾਨ ਨਾਲ ਆਪਣੀ ਸੁਖੀ ਜ਼ਿੰਦਗੀ ਕੱਢ ਰਿਹਾ ਸੀ। ਵੈਸੇ ਸੰਗਤ ਜੀ ਦੇਖਿਆ ਜਾਏ ਤੇ ਲੋੜਾਂ ਵੀ ਸਾਡੀਆਂ ਇੰਨੀਆਂ ਜਿਹੀਆਂ। ਲੋਕਡਾਊਨ ਨੇ ਸਾਨੂੰ ਕੀ ਸਿਖਾਇਆ ਕਿ ਸਿਰਫ 4 ਕੱਪੜੇ ਸਾਡੀ ਜ਼ਰੂਰਤ ਹੈ, ਘਰ ਦੇ 2 ਵਕਤ ਦੀ ਰੋਟੀ ਸਾਡੀ ਜ਼ਰੂਰਤ ਹੈ, ਬਾਕੀ ਸਾਡੀਆਂ ਕਿਤੇ ਆਣਾ ਜਾਣਾ ਇੰਨਾ ਕੋਈ ਸਾਡੀ ਇਹ ਸਾਰੀਆਂ ਇਹ ਜ਼ਰੂਰਤਾਂ ਇਹ ਫਾਲਤੂ ਦੀਆਂ ਨੇ। ਲੋਕਡਾਊਨ ਨੇ ਸਾਨੂੰ ਬਹੁਤ ਵੱਡੇ ਸਾਨੂੰ ਲੈਸਨ ਸਿਖਾਏ ਨੇ। ਤੇ ਉਹ ਆਜੜੀ ਸੀ, ਬਹੁਤ ਸਾਧਾਰਨ ਮਨੁੱਖ, ਬੜਾ ਇਤਮੀਨਾਨ ਨਾਲ ਖੁਸ਼ ਰਹਿੰਦਾ ਸੀ। ਇੱਕ ਦਿਨ ਉਹਦੇ ਮਨ 'ਚ ਕੀ ਆਇਆ ਕਿ ਮੈਂ ਨੀਚੇ ਜਾ ਕੇ ਸ਼ਹਿਰ ਵੱਲ ਦੇਖਾਂ ਕਿ ਪਰਮਾਤਮਾ ਦੀ ਕੁਦਰਤ, ਪਰਮਾਤਮਾ ਦੇ ਲੋਕ ਕਿਸ ਤਰ੍ਹਾਂ ਰਹਿੰਦੇ ਨੇ, ਕੀ ਕਰਦੇ ਨੇ, ਮੈਂ ਜਾ ਕੇ ਨੀਚੇ ਦੇਖਾਂ। ਉਹ ਜਾਂਦਾ, ਸ਼ਹਿਰ 'ਚ ਜਾਂਦਾ ਹੈ, ਉਹ ਜਿਸ ਤਰ੍ਹਾਂ ਪਹਾੜੀ ਤੋਂ ਨੀਚੇ ਉਤਰਦਾ ਹੈ, ਸ਼ਹਿਰ 'ਚ ਜਾਂਦਾ ਹੈ, ਤੇ ਕੀ ਦੇਖਦਾ ਹੈ ਕਿ ਜਿਸ ਤਰ੍ਹਾਂ ਹੀ ਉਹ ਐਂਟਰ ਕਰਦਾ ਹੈ, ਉਹਨੂੰ ਇੱਕ ਮਸਜਿਦ ਵਰਗੀ ਧਾਰਮਿਕ ਚੀਜ਼ ਉਹਨੂੰ ਦਿਖਾਈ ਦਿੰਦੀ ਹੈ, ਜਿੱਥੋਂ ਕਿ ਆਵਾਜ਼ ਆ ਰਹੀ ਹੁੰਦੀ ਹੈ। ਜੋ ਉਹਨਾਂ ਦੇ ਉਹ ਹੁੰਦੇ ਨੇ, ਜੋ ਉਹਨਾਂ ਦੇ ਮੌਲਵੀ ਹੁੰਦੇ ਨੇ, ਉਹ ਪ੍ਰਚਾਰ, ਉਹ ਵਿਦਿਆ ਸਿਖਾ ਰਹੇ, ਉਹ ਗਿਆਨ ਕਰ ਰਹੇ ਹੁੰਦੇ ਨੇ, ਉਹ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਹੁੰਦੇ ਨੇ। ਤੇ ਉਹਦੇ ਕੰਨਾਂ 'ਚ ਕੀ ਆਵਾਜ਼ ਪੈਂਦੀ ਹੈ? ਪਹਿਲੇ ਸ਼ਲੋਕ, ਪਹਿਲਾ ਵਾਕਿਆ ਉਹਦੇ ਕੰਨਾਂ 'ਚ ਪੈਂਦਾ ਹੈ ਕਿ ਖੁਦਾ ਲਾਵਾਰਿਸ ਹੈ।
बड़ा सोच च पै जाता है कि खुदा लवारिस है। वाकई जी बाणी भी सानू कहती है कि अजूनी सहभंग, कि परमात्मा अपने आप तो बनया है, ओदा कोई माता पिता नहीं है, ओदा कोई सगा संबंधी भी नहीं है, वो अपने आप तो बनया है। और जिदा माता पिता नहीं हुंदा असी तो उन्होंने ही कहते हैं ना कि वह लवारिस है, पर परमात्मा दे माता पिता नहीं है। वो कहता परमात्मा दा ओदा खुदा दा माता पिता नहीं है, मेरा माता पिता नहीं है, मैं लावारिस है, खुदा तू भी लवारिस है, ते चल खुदा मेरे वर्गा है। फिर वो सोचता, फिर थोड़ी देर बाद ओदे कान च दूसरी आवाज़ की आती है कि खुदा ला शरीक है। शरीक किनू कहते, जिन्हां दे सगे संबंधी हुंदे ने, असीं कहंदे ना ये शरीक च साडा ये लगदा, ये साडे शरीके दा ये लगदा। ते जद खुदा दे माँ बाप नहीं है ते ओदे चाचे ताए भी नहीं होणगे, चाचे ताए नहीं होणगे ते उन्हां दे कज़न्स भी नहीं होणगे, ओदे सगे संबंधी नहीं होणगे। ते खुदा ला शरीक है। और शरीके च की हुंदा है कि जदों साडा शरीक हुंदा, जदों साडी रिश्तेदारी हुंदी है, जदों साडे सगे संबंधी हुंदे ने, ते असीं की सोचदे हां कि ओदे कोल ये वाली गड्डी आ गई है ते साडे कोल वड्डी गड्डी आनी चाहिए है, ओदे कोल ये चीज़ है ते साडे कोल भी ये चीज़ आनी चाहिए है। ते ताई ते बड़ी मशहूर हैगी है कि शरीकेबाजी हो जाती है, कि कंपीटिशन आ जाता है। ते वो कहता है वो ला शरीक है, कहता मेरा भी कोई रिश्तेदार नहीं है, मैं भी कल्ला कल्ला है, मेरे भी माँ बाप नहीं है, खुदा दा भी माँ बाप नहीं है, खुदा दा भी कोई शरीक नहीं है। और अगर खुदा दा कोई शरीक हुंदा ते एदा मतलब असी भी ते कहने आ कि वो परमात्मा इक्को एक है। अगर दो परमात्मा हुंदे ते फिर उन्हां च होना कि केड़ा परमात्मा वड्डा है, केड़ा परमात्मा छोटा है। ते बाणी ने सानू यही किया है कि वो परमात्मा इक्को ही सच्चा परमात्मा है। ते ओनू संतुष्टि मिल जाती है, कहता खुदा भी लावारिस है, मैं भी लावारिस है, खुदा दा कोई शरीका नहीं है, मेरा भी कोई सगा संबंधी नहीं है। फिर उस तो बाद उहदे कन्ना च तीसरा वाक्य की आंदा है कि खुदा ला मकाम है, कि खुदा दे रहन दी कोई जगह नहीं है। ते असी भी पढ़ते हैं बाणी च कि जो परमात्मा है वो हर एक चीज़ च रम्या होया है, वो एक जगह नहीं रहिंदा। ते कण कण च परमात्मा वसिया होया, ओदी एक कोई रहन दी जगह नहीं है। वो कहता चलो दो चीज़ां ते मेरे नाल परमात्मा दियां खुदा दियां मिलदियां ने, पर मैं ते खुदा तो अमीर हां, खुदा दे कोल रहन दी जगह नहीं है, मेरे को ते रहन वास्ते मेरी अपनी झोंपड़ी है। ते उन्हों ना खुदा ते बड़ा तरस आंदा है, कहता हे खुदा हुण मैनू पता चलिया, मैं ते तेरी कुदरत देखण आया सी, मैं ते देखण आया सी खुदा दी ये कायनात की है। मैं ते वो ना उत्थों दी ये सोच के वापस तुर पैंदा अपनी झोंपड़ी वाल, कहता खुदा तू ते मेरे तो भी गरीब है, मैं ते सोचा सी कि तू बहुत वड्डा है ते तेरा भी कोई नहीं, मेरा भी कोई नहीं, हुण मैनू पता चलिया कि तेनू किन्ने कष्ट झेलने पैंदे होणगे। वो ना ये सोचदा सोचदा चला जांदा अपनी झोंपड़ी दे अगे बैठ जांदा ते ओनू ना एक खिच जी खुदा दे नाल, जिस तरह असीं कहने आ ना कि असीं कोई अपने वर्गा देखीए ना, सानू ओहदे नाल लगाव हो जांदा है। ते वो कहता ये तो बड़ी अज मैनू अफसोस की गल हुई है, उन्होंने ना खुदा दे नाल प्यार हो जाता, कहता खुदा मैनू हुण पता चल गया मेरे माँ बाप नहीं सी ना, मेरा जीवन कितना कष्टदायक रहा है, मैनू किसी ने खाना नहीं खिलाया, मैनू किसी ने नवाया धोया नहीं, मैं फटे हुए कपड़े पाए क्योंकि मेरा कोई सीगा नहीं जो मेरे फटे हुए कपड़े मैनू सी के दिंदा, ते मैं आपे कच्ची पक्की रोटी बनाई आपे खाई, मैनू पता है कि कल्ले दी जिंदगी कितनी मुश्किल है, ते हे खुदा मैं तेरा दर्द जानदा है। ते ऐदा कर खुदा, वो ना फिर बैठ जाता और फिर ना फरियाद करन लग पैंदा, कहता खुदा मेरे को ते झोंपड़ी है, तेरे को ते रहन दी जगह भी नहीं है,
ਤੇ हे खुदा तू मेरे घर आ जा, तू मेरे घर आ जा, मैं तेनू रोटी भी खवावांगा, मैं तेरी केयर भी करांगा, मैं तेरा सारे काम करांगा, ते तू मेरे घर आ जा। बस जी वो हुण यही फरियाद करी जांदा है, क्योंकि उन्होंने खुदा दे नाल लगाव हो जाता है कि इहदे च सिर्फ एक क्षण च, एक मिनट च। ते उत्थों दी हज़रत मूसा जा रहे हुंदे ने, जदों हज़रत मूसा जा रहे हुंदे ने, देखदे ने कहंदा इन्ना गंदा आजड़ी, इन्ना मैला कुचैला बैठा होया है, इहदे कपड़े भी फटे हुए ने, और गल कर रहा खुदा दे नाल कि तू मेरे घर आ जा, तेनू रोटी मैं खवावांगा, तेरी तेरी केयर मैं करांगा, तेनू मैं नवावां धोवांगा, तेनू मैं देखांगा, ते तेरी सेवा मैं करांगा। ओनू ना गुस्सा आ जांदा है, ते ओ ना कस के एक ना ओनू चपेड़ मार दिंदा, कहंदा तेरी की औकात है कि तू खुदा नू अपने घर रखे, तेरी की औकात है कि तू ओनू खाना खिलाए, तेरी की औकात है कि तू ओनू कहंदा मैं तेरी सेवा करांगा, मैं तेनू तेनू देखांगा, तेनू लुक आफ्टर करांगा। ते ओ बेचारा बेचारा आजड़ी ओ हुंदा है, गरीबड़ा जिहा बंदा हुंदा है, ओ थप्पड़ खा के ओ चुप रहिंदा है, पर ओहदे मन च ना ओ फरियाद चलदी रहिंदी है। ते ओ हज़रत मूसा अगे चले जांदे ने, वो जिधर जा रहे होंगे अपनी बंदगी करन वाल जा रहे होंगे ने ना, ते रस्ते च उन्हां नूं मिलदा है, ते वो अपनी बंदगी करन चले जांदे ने, ते जिहड़े स्थान ते वो बंदगी करदे ने उत्थे पहुंच जांदे ने, पहुंच के वो बैठ जांदे ने बंदगी करन। पर अज उन्हां दी ना सूरत खुदा नाल नहीं जुड़दी, थोड़ा मन च आंदा है, कहते ने वो फिर बैठे रहंदे अपनी बंदगी करी जा रहे ने, करी जा रहे, बहुत देर हो जाती है, पर सूरत खुदा नाल नहीं जुड़ी अज। फिर आखिर खुदा नूं पुछ ही लैंदे ने, कहंदे हे रब्बा मैं तेरी बंदगी कर रहा, अज मेरी सूरत क्यों नहीं जुड़ रही, अज मेरे तो की गुनाह हो गया है कि अज मेरी सूरत बंदगी च जुड़ क्यों नहीं रही है। ते खुदा उन्हां दी ते अवस्था उच्ची सी ही, ते खुदा अगों दी की जवाब दिंदे ने, कहंदे ने अज तू एक अरदास खंडित करके आया। बड़े हैरान हुंदे ने, कहंदे ने अरदास खंडित, सोचां च पैंदे, कहंदे ने ओ खुदा कहंदा है, रब कहंदे, परमात्मा कहंदे ने, कहंदे अज तू एक अरदास खंडित करके आया, जो उस दी अरदास विच दम सी, जो उस दी अरदास विच जो प्यार सी, वो तेरे वड्डे वड्डे शब्दां दे विच, वो तेरे वड्डे वड्डे शब्दावली दे विच वो प्यार नहीं। तेनू ते मैं भेजिया सी जमीन दे उत्ते कि किसी टुटे होए नू रब नाल जोड़े, पर अज तू एक जुड़े होए नू तोड़ के आया, ते अज तेरे तो गुनाह होया है। वो बड़ा हैरान हुंदा है, ते गुनाह ते हुण हो ही गया है, ते वो की करदा है, कहंदा है वो फिर हज़रत मूसा जांदे ने, उन्हां को जांदे ने और आजड़ी कोलों वो माफ़ी मांग के आंदे ने। जदों माफ़ी मंगते ने, माफ़ी मंग के जदों वापस आंदे ने और फिर वापस बंदगी करन जदों बैठते ने, ते फिर उन्हां दी बंदगी च उन्हां दी सूरत जुड़दी है। ते हुण संगत जी इत्थे सानू बाणी भी कहंदी है भोला भाओ गोबिंद मिलावे। आजड़ी दी अरदास च की सी, उन्हें तो यही कहंदा सी कि हे रब्बा तू मेरे घर आ जा, मैं तो तेरी सेवा करांगा, मैं तो तेनू रोटी खवावांगा, मैं तो तेनू पानी पियावांगा, मैं तेनू नवावांगा, मैं तेनू तेरे कपड़े धोवांगा। वो जिहड़ा भोला भाव हुंदा है, वो भोले भाव दे नाल ही फल लगदे ने। बाणी भी कहंदी है साडियां जिहड़ियां चतुराइयां हुंदियां ने, साडे जिहड़े वड्डे वड्डे श्लोक हुंदे ने, ये सारे इत्थे ही रह जांदे, ये सियाणप काम नहीं आंदे। ते अगे वो की कहंदे ने, मानस कूड़ा गर्भ, सानू असी ते गर्भ करन लग पैंदे, सानू ते अपने ते हंकार आ जांदा है, जिस तरह उन्हां नूं मूसा जी नूं हंकार आ गया सी कि मेरे तो वड्डा कोई बंदगी वाला नहीं है, मैं तो बंदगी बड़ी अच्छी करदा। वो
ਗੰਦਾ ਆਜੜੀ, ਜਿਹਦੇ ਮੈਲੇ ਕੁਚੈਲੇ ਕੱਪੜੇ, ਜਿਨੇ ਇੰਨੇ ਦਿਨਾਂ ਤੋਂ ਨਹਾਤਾ ਨਹੀਂ, ਜਿਹਦੇ ਉੱਤੇ ਤੇ ਮੈਲ ਚੜੀ ਹੋਈ ਹੈ ਬਦਨ ਦੇ ਉੱਤੇ, ਉਹ ਰੱਬ ਨੂੰ ਪੁਕਾਰ ਰਿਹਾ, ਉਹ ਖੁਦਾ ਨੂੰ ਆਪਣੇ ਘਰ ਬੁਲਾ ਰਿਹਾ। ਤੇ ਮਾਨਸ ਕੂੜਾ ਗਰਭ ਸੱਚੀ ਤੁਧ ਮਣੀ, ਉਹ ਪਰਮਾਤਮਾ ਦੀ ਵਡਿਆਈ ਜਦੋਂ ਕਰਨੀ ਹੈ ਨਾ, ਉਦੋਂ ਸਾਡੇ ਵਰਗੇ ਚਤੁਰ ਚਲਾਕ ਬੰਦੇ ਆਪਣੇ ਪੈਰਾਂ ਤੇ ਆਪ ਕੁਲਾੜੀ ਮਾਰ ਲੈਂਦੇ ਨੇ। ਇਸ ਲਈ ਉਹਦੀ ਵਾਹਿਗੁਰੂ ਦੀ ਜਿੰਨੀ ਵਡਿਆਈ ਕਰੀਏ, ਭੋਲੇ ਭਾਵ ਕਰੀਏ, ਉੱਥੇ ਸਾਡੇ ਵਰਗੇ ਮਨੁੱਖ ਉਹ ਬੇਵਕੂਫੀਆਂ ਅਹੰਕਾਰ ਦੇ ਵਿੱਚ ਆ ਕੇ ਉਹ ਇਹੋ ਜਿਹੇ ਗਲਤ ਕੰਮ ਅਹੰਕਾਰ ਆਪਣੇ ਮਨ 'ਚ ਲੈ ਆਉਂਦੇ ਨੇ, ਔਰ ਕੀ ਸੋਚਦੇ ਨੇ ਕਿ ਮੈਂ ਹੀ ਕਰ ਸਕਦਾ, ਇਹ ਕੰਮ ਮੈਂ ਕੀਤਾ, ਇਹ ਕੰਮ ਮੈਂ ਕੀਤਾ। ਹੁਣ ਅਸੀਂ ਵੀ ਕਈ ਵਾਰੀ ਕਹਿ ਦਿੰਦੇ ਆ ਕਿ ਇਹ ਕੰਮ ਮੈਂ ਕੀਤਾ, ਅਗਰ ਮੈਂ ਨਹੀਂ ਕਰਦੀ ਤੇ ਇਹ ਕੰਮ ਹੋਣਾ ਹੀ ਨਹੀਂ ਸੀ। ਤੇ ਇਸ ਲਈ ਆਵਾ ਗੌਣ ਰਚਾਏ ਉਪਾਈ ਮੇਦਨੀ, ਕਹਿੰਦੇ ਨੇ ਕਿ ਅਸੀਂ ਕੁਝ ਨਹੀਂ ਕਰ ਸਕਦੇ। ਅਸੀਂ ਵੈਸੇ ਤਾਂ ਅਸੀਂ ਕਹਿ ਦਾਂਗੇ ਕਿ ਪੱਤਾ ਵੀ ਨਹੀਂ ਹਿਲ ਸਕਦਾ ਵਾਹਿਗੁਰੂ ਦੀ ਮਰਜ਼ੀ ਤੋਂ ਬਗੈਰ, ਪਰ ਫਿਰ ਅਸੀਂ ਨਾਲ ਇਹ ਵੀ ਕਹਿ ਦਿੰਦੇ ਆ ਅਗਰ ਮੈਂ ਨਾ ਕਰਾਂ ਨਾ ਇਹ ਤੇ ਕੰਮ ਹੋ ਹੀ ਨਹੀਂ ਸਕਦਾ। ਤੇ ਆਵਾ ਗੌਣ ਰਚਾਏ ਉਪਾਈ ਮੇਦਨੀ, ਸ੍ਰਿਸ਼ਟੀ ਤੇ ਜਿੰਨਾ ਵੀ ਕੁਛ ਹੈ, ਜਿੰਨੀ ਵੀ ਹਰਿਆਵਲ ਹੈ, ਜਿਹੜਾ ਵੀ ਆਵਾ ਗਵਣ ਹੈ, ਆਣਾ ਜਾਣਾ, ਹੱਸਣਾ ਖੇਲਣਾ, ਇਹ ਸਾਰਾ ਪਰਮਾਤਮਾ ਨੇ ਰਚਾਇਆ ਹੋਇਆ ਖੇਲ ਹੈ। ਹੁਣ ਇਹ ਜੋ ਕਰੋਨਾ, ਕੋਈ ਕਹਿੰਦਾ ਚਾਈਨਾ ਤੋਂ ਆਇਆ, ਕੋਈ ਕੁਝ ਕਹਿੰਦਾ, ਕੋਈ ਕੁਝ ਹੈ, ਪਰ ਇਹ ਪਰਮਾਤਮਾ ਨੇ ਇਹ ਇਸ ਤਰ੍ਹਾਂ ਹੀ ਖੇਡ ਵਰਤਾਣੀ ਸੀ। ਇਸ ਲਈ ਪਰਮਾਤਮਾ ਦਾ ਅਸੀਂ ਨਹੀਂ ਕਰ ਸਕਦੇ, ਉਹਨਾਂ ਨੂੰ ਤੇ ਅਸੀਂ ਸੋਚ ਵੀ ਨਹੀਂ ਸਕਦੇ ਪਰਮਾਤਮਾ ਕਿੰਨੇ ਵੱਡੇ ਨੇ, ਉਹਨਾਂ ਦੇ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ਇਹ ਜੋ ਪਸਾਰਾ ਹੈ ਪਰਮਾਤਮਾ ਦਾ ਕੀਤਾ ਹੈ, ਆਣਾ ਜਾਣਾ ਇਹ ਸਾਰਾ ਪਰਮਾਤਮਾ ਦੇ ਹੁਕਮ ਦੇ ਨਾਲ ਹੋ ਰਿਹਾ। ਬਹਾਨੇ ਜ਼ਰੂਰ ਬਣ ਜਾਂਦੇ ਨੇ ਕਿ ਇਸ ਬਹਾਨੇ ਉਹ ਗਿਆ ਜਾਂ ਇਸ ਬਹਾਨੇ ਇਹ ਉਹ ਆਇਆ ਹੈ, ਪਰ ਇਹ ਸਭ ਪਰਮਾਤਮਾ ਨੇ ਪ੍ਰੀ ਪਲਾਨਡ, ਪ੍ਰੀ ਫਿਕਸਡ, ਸਾਰਾ ਕੁਝ ਇਹ ਪ੍ਰੀ ਫਿਕਸਡ ਹੀ ਹੈ। ਸਤਿਗੁਰ ਸੇਵੇ ਆਪਣਾ ਆਇਆ ਤਿਸ ਗਣੀ, ਔਰ ਜੋ ਮਨੁੱਖ ਸਤਿਗੁਰੂ ਨੂੰ ਸੇਵ ਲੈਂਦਾ ਹੈ, ਜੋ ਉਹਦੀ ਸੇਵਾ ਕਰ ਲੈਂਦਾ ਹੈ, ਜੋ ਉਹਨੂੰ ਧਿਆ ਲੈਂਦਾ ਹੈ, ਉਹਦਾ ਹੀ ਇਸ ਧਰਤੀ ਤੇ ਆਇਆ ਹੋਇਆ ਕਬੂਲ ਹੁੰਦਾ ਹੈ, ਗਿਣਿਆ ਜਾਂਦਾ ਹੈ। ਜੋ ਹੋਮੈ ਵਿੱਚੋਂ ਜਾਏ ਤਾਂ ਕੇਹੀ ਗਣਤ ਗਣੀ, ਔਰ ਅਗਰ ਜੇ ਹੋਮੈ ਚ ਆ ਜਾਾਂਗੇ ਨਾ, ਜੇ ਅਹੰਕਾਰ ਵਿੱਚ ਆਵਾਂਗੇ ਤੇ ਉਹ ਫਿਰ ਉੱਥੇ ਹੀ ਸਾਰਾ ਕੀਤਾ ਕਰਾਇਆ ਖਰਾਬ ਹੋ ਜਾਂਦਾ ਹੈ। ਤੇ ਸੰਗਤ ਜੀ, ਜਿਸ ਤਰ੍ਹਾਂ ਭੋਲੇ ਭਾਵ ਜਿੰਨੇ ਵੀ ਸਾਡੇ ਭਗਤ ਬਾਣੀ 'ਚ ਜਿੰਨੀ ਵੀ ਭਗਤਾਂ ਦੀ ਬਾਣੀ ਆਈ ਹੈ, ਉਹ ਸਾਰਿਆਂ ਨੇ ਭੋਲੇ ਭਾਵ ਹੀ ਪਰਮਾਤਮਾ ਨੂੰ ਪਾਇਆ ਹੈ। ਤੇ ਅਸੀਂ ਤੇ ਉਹਨਾਂ ਦੇ ਭਗਤਾਂ ਦੇ ਵੀ ਅਸੀਂ ਪੈਰਾਂ ਦੀ ਧੂੜ ਵੀ ਨਹੀਂ ਅਸੀਂ ਬਣ ਸਕਦੇ। ਅਸੀਂ ਤੇ ਸਿਰਫ ਜੋ ਉਹਨਾਂ ਨੇ ਰਸਤਾ ਦਿਖਾਇਆ ਹੈ, ਅਸੀਂ ਤੇ ਉਸ ਰਸਤੇ ਤੇ ਚੱਲਣ ਦੀ ਪਰਮਾਤਮਾ ਦੇ ਅੱਗੇ ਅਰਦਾਸ ਕਰ ਸਕਦੇ ਹਾਂ ਕਿ ਹੇ ਸੱਚੇ ਪਾਤਸ਼ਾਹ, ਸਾਡੀ ਇੰਨੀ ਅਰਦਾਸ ਕਬੂਲ ਕਰੋ ਕਿ ਸਾਨੂੰ ਆਪਣੇ ਚਰਨਾਂ ਨਾਲ ਜੋੜੋ, ਸਾਨੂੰ ਇਸ ਮਾਰਗ ਤੇ ਚੱਲਣ ਦੀ ਸਮਰੱਥਾ ਬਖਸ਼ੋ। ਔਰ ਅਸੀਂ ਇਹ ਅਰਦਾਸ ਰੋਜ਼ ਕਰਨੀ ਹੈ, ਸਾਡਾ ਚਿੱਤ ਲੱਗੇ ਚਾਹੇ ਨਾ ਲੱਗੇ। ਹੁਣ ਕਈ ਜਾਣੇ ਕਹਿੰਦੇ ਨੇ ਕਿ ਅਸੀਂ ਪਾਠ ਕਰਦੇ ਹਾਂ, ਸਾਡਾ ਮਨ ਵਿੱਚ ਟਿਕਦਾ ਨਹੀਂ, ਪਰ ਸੰਗਤ ਜੀ ਅਸੀਂ ਪਾਠ ਕਰਨਾ ਹੀ ਇਸ ਲਈ ਹੈ ਕਿ ਸਾਡਾ ਚਿੱਤ ਪਾਠ ਨਾਲ ਜੁੜੇ। ਅਗਰ ਸਾਡਾ ਚਿੱਤ ਪਹਿਲੇ ਦਿਨ ਹੀ ਜੁੜ ਗਿਆ ਵਾਹਿਗੁਰੂ ਦੇ ਨਾਲ, ਇਹਦਾ ਮਤਲਬ ਉਹ ਤੇ ਫਲ ਲੱਗ ਗਿਆ। ਉਹ ਤੇ ਬੜੇ ਭਾਗਸ਼ਾਲੀ ਹੁੰਦੇ ਨੇ ਜਿਨ੍ਹਾਂ ਦਾ 1 ਮਿੰਟਾਂ 'ਚ ਪਰਮਾਤਮਾ ਦੇ ਨਾਲ ਚਿੱਤ ਜੁੜ ਜਾਂਦਾ ਹੈ, ਉਹਨਾਂ ਨੇ ਤੇ ਕਰਮ ਇਹੋ ਜਿਹੇ ਕੀਤੇ ਹੁੰਦੇ ਨੇ। ਪਰ ਅਸੀਂ ਰੋਜ਼ ਬਾਣੀ ਪੜ੍ਹਨੀ ਹੈ, ਰੋਜ਼ ਅਸੀਂ ਅਰਦਾਸ ਕਰਨੀ ਹੈ, ਔਰ ਰੋਜ਼ ਬਾਣੀ ਪੜ੍ਹ ਇਸੀ ਲਈ ਹੀ ਪੜ੍ਹਨੀ ਹੈ ਕਿ ਹੇ ਵਾਹਿਗੁਰੂ, ਸਾਡੇ ਤੇ ਇੰਨੀ ਬਖਸ਼ਿਸ਼ ਕਰੋ ਕਿ ਸਾਡਾ ਚਿੱਤ ਤੁਹਾਡੇ ਚਰਨਾਂ ਨਾਲ ਜੁੜੇ, ਸਾਡੇ ਚਿੱਤ 'ਚ ਤੁਹਾਡਾ ਨਾਮ ਵਸੇ, ਸਾਡੇ ਚਿੱਤ 'ਚ ਹਮੇਸ਼ਾ, ਸਾਡੇ ਦਿਮਾਗ ਦੇ ਵਿੱਚ, ਸਾਡੇ ਦਿਲ ਦੇ ਵਿੱਚ ਹਮੇਸ਼ਾ ਇਹ ਰਵੇ ਕਿ ਅਸੀਂ ਪਰਮਾਤਮਾ ਦਾ ਨਾਮ ਜਪਣਾ ਹੈ। ਹੋਰ ਅਸੀਂ ਕੰਮ ਬੇਸ਼ੱਕ ਕਰੀਏ, ਪਰ ਨਾਲ ਨਾਲ ਅਸੀਂ ਆਪਣੇ ਮਨ 'ਚ ਵਾਹਿਗੁਰੂ 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 ਅਸੀਂ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਰਹੀਏ। ਤੇ ਸੰਗਤ ਜੀ, ਐਨੀ ਜੀ ਸੇਵਾ ਪ੍ਰਵਾਨ ਕਰਨਾ। ਆਓ ਅਸੀਂ ਅੱਜ ਦਾ ਹੁਣ ਇਹ ਸ਼ਬਦ ਪੜ੍ਹਦੇ ਹਾਂ।
कट्टे पाप असंख, कट्टे पाप असंख, नावे एक कणी, नावे एक कणी, नावे एक कणी, नावे एक कणी। कट्टे पाप असंख, कट्टे पाप असंख, नावे एक कणी, नावे एक कणी, नावे एक कणी, नावे एक कणी। मनमुख मोहे गुबार, ज्यों पुल्ला मंजवणी, मनमुख मोहे गुबार, ज्यों पुल्ला मंजवणी, नावे एक कणी, नावे एक कणी, नावे एक कणी, नावे एक कणी। कट्टे पाप असंख, कट्टे पाप असंख, नावे एक कणी, नावे एक कणी, नावे एक कणी, नावे एक कणी। सच्चा बेपरवाह हो, सच्चा बेपरवाह हो, एको तू तणी, सच्चा सच्चा बेपरवाह हो, एको तू तणी, एको तू तणी। तू सब किछे आपे आप, तू सब किछे आपे आप, दूजे किस गणी, दूजे किस गणी। दूजे किस गणी। मनमुख मोहे गुबार, मनमुख मोहे गुबार, ज्यों पुल्ला मंजवणी, मनमुख मोहे गुबार, ज्यों पुल्ला मंजवणी, नावे एक कणी, नावे एक कणी। कट्टे पाप असंख, कट्टे पाप असंख, नावे एक कणी, नावे एक कणी, नावे एक कणी, नावे एक कणी। मानस कूड़ा गर्भ, मानस कूड़ा गर्भ, सच्ची तुद मणि, सच्ची तुद मणि। आवा गौण रचाए,
तके ही गणत गणी मन मुख मोहे गुबारे मन मुख मोहे गुबार ज्यों पुल्ला मंजवणी मन मुख मोहे गुबार ज्यों पुल्ला मंजवणी नावे एक कणी नावे एक कणी नावे एक कणी नावे एक कणी कट्टे पाप असंख कट्टे पाप असंख नावे एक कणी 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 कट्टे पाप असंख कट्टे पाप असंख नावे एक कणी नावे एक कणी नावे एक